ਜੇ ਰੰਜਨ ਗੋਗੋਈ ਵਰਗੇ ਬੰਦੇ ਜਿਨ੍ਹਾਂ ਨੂੰ ਬਾਅਦ ਵਿੱਚ CJI ਚੀਫ ਜਸਟਿਸ ਆਫ ਇੰਡੀਆ ਬਾਅਦ ਵਿੱਚ ਉਹਨਾਂ ਨੂੰ ਰਾਜ ਸਭਾ ਦੀ ਸੀਟ ਕੁਛ ਕੀ ਡੇਢ ਦੋ 2-2.5 ਮਹੀਨਿਆਂ ਦੇ ਬਾਅਦ ਹੀ ਦੇ ਦਿੱਤੀ। ਬਹੁਤ ਦੇਰ ਵੀ ਨਹੀਂ ਲਾਈ ਜੋ ਜਿਵੇਂ ਉੱਥੇ ਛੇਮ ਹੋਈ। ਆਪਾਂ ਉੱਥੋਂ ਦਾ ਜਾਏ ਲਾ ਸਕਦੇ ਜੇ ਸੁਪਰੀਮ ਕੋਰਟ ਦਾ ਇਹ ਹਾਲ ਹੈ ਤਾਂ ਥੱਲੇ ਵਾਲੀਆਂ ਕੋਰਟਾਂ ਦਾ ਕੀ ਹਾਲ ਹੋਊਗਾ। ਪੰਜਾਬ ਦੇ ਅੰਦਰ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ BJP ਤਰਲੋ ਮੱਛੀ ਹੋਈ ਉਹਦੇ ਵਿੱਚ ਢੀਂਡਸੇ ਉਹਨਾਂ ਨੂੰ ਵੀ ਨਾਲ ਲਾਇਆ, ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਔਰ ਨਾਲ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਕੇ ਇੱਕ ਸ਼ੇਰ ਹੋਰ ਪਿੰਜਰੇ 'ਚੋਂ ਬਾਹਰ ਕਰਕੇ ਉਹਨਾਂ ਨੇ ਆਪਣਾ ਗੰਢ ਤੁੱਪ ਕਰਕੇ ਗੱਡੀ ਚਲਾ ਰਹੇ ਆ। ਦੇਖੋ ਇਹ ਜਿੰਨੇ ਵੀ ਡੇਰੇ ਹੈਗੇ ਆ ਕਿਤੇ ਨਾ ਕਿਤੇ ਤੇ ਕੁਛ ਨਾ ਕੁਛ ਦੇਣ ਲੈਣ ਰਾਜਨੀਤੀ ਦੇ ਵਿੱਚ ਇਹਨਾਂ ਦਾ ਚੱਲਦਾ। ਜੇ ਤੁਸੀਂ ਕਹੋ ਕਿ ਆਪਣੇ ਸਿਰਫ ਧਰਮ ਦੇ ਨਾਂ 'ਤੇ ਇਨਸਾਫ ਲਈ ਜਾਂ ਲੋਕ ਸੇਵਾ ਲਈ ਹੀ ਡੇਰੇ ਹੈਗੇ, ਜਿਸ ਤਰ੍ਹਾਂ ਰਾਜਨੀਤਿਕ ਲੋਕ ਵੀ ਉਹਨਾਂ ਦੇ ਕਹਿਣ ਦੀਆਂ ਗੱਲਾਂ ਹੋਰ ਤੇ ਅਸਲੀ ਮਨਸ਼ਾ ਹੋਰ। ਇਸ ਤਰ੍ਹਾਂ ਡੇਰਿਆਂ ਦਾ ਵੀ ਇੰਝ ਨਹੀਂ ਸੌਖਾ ਇਹ ਸਿਸਟਮ ਹੈਗਾ। ਜੇ ਵਿੱਚ ਵੜੋਗੇ ਤਾਂ ਸਾਰਾ ਦਿਖ ਪੈਂਦਾ ਵੀ ਅਸਲੀਅਤ ਕੀ ਹੈਗੀ। ਇਹ ਅਫਸੋਸ ਦੀ ਗੱਲ ਹੈ ਕਿ ਜਿਵੇਂ ਸਾਡੀ ਰਾਜਨੀਤੀ ਦੀ ਜਮਾਤ, ਰਾਜਨੀਤਿਕ ਜਮਾਤ ਕਹੇ ਲੋਕਾਂ 'ਚੋਂ ਕੱਟਦੀ ਜਾ ਰਹੀ ਹੈ, ਬਦਨਾਮ ਹੁੰਦੀ ਜਾ ਰਹੀ ਹੈ, ਲੋਕ ਬਹੁਤ ਜ਼ਿਆਦਾ ਵਿਸ਼ਵਾਸ ਕਰ ਰਹੇ ਉਵੇਂ ਹੀ ਇਹ ਜਿਹੜੇ ਡੇਰੇ ਆਪਣਾ ਪੈਰ ਪਸਾਰ ਰਹੇ ਆ, ਅਸਰ ਪਸਾਰ ਰਹੇ ਆ। ਵੋਟਰ ਦਿਨ ਬਿਨ ਕਮਜ਼ੋਰ ਹੋ ਰਿਹਾ। ਪਾਰਟੀਆਂ ਦੇ ਜਿਹੜੇ ਚੁਣਿੰਦਾ ਲੀਡਰ ਤੇ ਬਾਬੇ ਇਹ ਸਾਰੇ ਤਕੜੇ ਹੋ ਰਹੇ ਆ। ਇਸ ਤਰ੍ਹਾਂ ਹੀ ਸਾਡੇ ਕਾਰਪੋਰੇਟ ਘਰਾਣੇ ਵੱਡੇ ਪੱਧਰ 'ਤੇ ਪੈਸਾ ਇਕੱਠਾ ਕਰਕੇ ਦੇਸ਼ 'ਚੋਂ ਕਾਫੀ ਤਕੜੇ ਹੋ ਰਹੇ ਆ ਤੇ ਉਹ ਰਾਜਨੀਤਿਕ ਪਾਰਟੀਆਂ ਨਾਲ ਕਾਫੀ ਗੱਠਜੋੜ ਗੰਢ ਤੋਂ ਹੈ। ਅੱਜ ਜਿੰਨੀਆਂ ਪਾਰਟੀਆਂ ਹੋਣ ਬੜੀਆਂ ਹੋਰਡਿੰਗ ਤੁਸੀਂ ਘੁੰਮ ਕੇ ਦੇਖੋ ਪੰਜਾਬ ਦੇ ਨਾਲ ਵਿੱਚੇ ਕੇਜਰੀਵਾਲ ਤੇ ਵਿੱਚੇ ਬਾਕੀ ਦੇ ਜਿੰਨੀਆਂ ਜਿਹਦੀਆਂ ਜ਼ਿਆਦਾ ਹੋਰਡਿੰਗਾਂ ਸਮਝ ਲਓ ਉਨਾ ਹੀ ਉਹ ਕਾਰਪੋਰੇਟਾਂ ਦੇ ਨੇੜੇ ਆ, ਉਨਾ ਹੀ ਉਹਨੂੰ ਮੋਟਾ ਪੈਸਾ ਕਿਤੇ ਲੱਗ ਗਿਆ। ਨਾ ਤੇ ਕੇਜਰੀਵਾਲ ਦੇ ਹਲ ਚੱਲਦੇ ਆ, ਨਾ ਮੋਦੀ ਦੇ ਚੱਲਦੇ ਆ, ਨਾ ਸੁਖਬੀਰ ਬਾਦਲ ਦੇ। ਜੇ ਚੱਲਦੇ ਵੀ ਹੋਣਗੇ ਤੇ ਉਹ ਵੋਟਾਂ ਜਿੱਤ ਲਈ ਥੋੜ੍ਹੀ ਖਰਚਣਗੇ, ਕਿਤੇ ਨਹੀਂ ਖਰਚਦੇ ਹੈਗੇ। ਸਤਿ ਸ਼੍ਰੀ ਅਕਾਲ, ਮੈਂ ਹਰਮਨ ਰੰਧਾਵਾ ਸੱਤ ਸਮੁੰਦਰ ਪਾਰ ਚੈਨਲ ਤੋਂ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਸਾਡੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਜੋ ਕਿ ਸੋਸ਼ਲ ਐਕਟਿਵਿਸਟ ਨੇ, ਪ੍ਰੋਫੈਸਰ ਨੇ, ਫਾਰਮਰ ਪ੍ਰੋਫੈਸਰ ਆਫ ਸੋਸ਼ੀਓਲੋਜੀ ਤੇ ਕਿਸਾਨ ਅੰਦੋਲਨ ਦੇ ਵਿੱਚ ਪੂਰੀ ਤਰ੍ਹਾਂ ਹਿੱਸੇਦਾਰ ਨੇ। ਸਰ ਤੁਹਾਡਾ ਬਹੁਤ ਸਵਾਗਤ ਹੈ ਸਾਡੇ ਚੈਨਲ 'ਤੇ। ਸਭ ਤੋਂ ਪਹਿਲਾ ਸਵਾਲ, ਪੰਜਾਬ ਤੇ ਬਾਕੀ ਦੇ 5 ਰਾਜਾਂ ਵਿੱਚ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਚੋਣਾਂ ਕਰਕੇ। ਉਹਨਾਂ ਦਿਨਾਂ ਦੇ ਵਿੱਚ ਰਾਮ ਰਹੀਮ ਨੂੰ 21 ਦਿਨ ਦੀ ਫਰਲੋ ਮਿਲਣੀ, ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ ਇਹਦੇ ਦੋ ਅਰਥ ਹੋ ਸਕਦੇ ਆ। ਇੱਕ ਤਾਂ ਹੈ ਕਿ ਕਾਨੂੰਨ ਦਾ ਕਹਿ ਸਕਦਾ ਕੋਈ ਵੀ ਰਾਜਨੀਤਿਕ ਬੰਦਾ, ਜੇ ਤੁਸੀਂ ਕਹੋਗੇ ਕਿ ਵੀ ਤੁਸੀਂ ਕਿਉਂ ਛੱਡਿਆ ਜੀ, ਜਾਂ BJP ਨੇ ਛੱਡਿਆ ਜਾਂ ਕਿਹਨੇ ਛਡਵਾਇਆ, ਤੇ ਦੂਸਰੇ ਕਹਿ ਦੇਣਗੇ ਦੇਖੋ ਜੀ ਇਹ ਤਾਂ ਕੋਰਟ ਨੇ ਛੱਡਿਆ ਜਾਂ ਉਹਨੂੰ ਫਰਲੋ ਦਿੱਤੀ, ਉਹਦੀ ਐਕਸੈਪਟ ਕੀਤੀ ਹੈ। ਪਰ ਆਪਾਂ ਜਾਣਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਕਾਨੂੰਨ ਕਿਵੇਂ ਚੱਲਦਾ। ਕਾਨੂੰਨ ਨੂੰ ਜੇ ਰੰਜਨ ਗੋਗੋਈ ਵਰਗੇ ਬੰਦੇ ਜਿਨ੍ਹਾਂ ਨੂੰ ਬਾਅਦ ਵਿੱਚ CJI ਚੀਫ ਜਸਟਿਸ ਆਫ ਇੰਡੀਆ ਬਾਅਦ ਵਿੱਚ ਉਹਨਾਂ ਨੂੰ ਰਾਜ ਸਭਾ ਦੀ ਸੀਟ ਕੁਛ ਕੀ ਡੇਢ 2-2.5 ਮਹੀਨਿਆਂ ਦੇ ਬਾਅਦ ਹੀ ਦੇ ਦਿੱਤੀ। ਕੋਈ ਬਹੁਤ ਦੇਰ ਵੀ ਨਹੀਂ ਲਾਈ ਤੇ ਉਹ ਜਿਵੇਂ ਉੱਥੇ ਛੇਮ ਹੋਈ। ਆਪਾਂ ਉੱਥੋਂ ਦਾ ਜਾਏ ਲਾ ਸਕਦੇ ਜੇ ਸੁਪਰੀਮ ਕੋਰਟ ਦਾ ਇਹ ਹਾਲ ਹੈ ਤਾਂ ਥੱਲੇ ਵਾਲੀਆਂ ਕੋਰਟਾਂ ਦਾ ਕੀ ਹਾਲ ਹੋਊਗਾ। ਇਹਦਾ ਮਤਲਬ ਤੇ ਲੋਕ ਜੋ ਸਮਝਣਗੇ ਕਿ ਕੁਛ ਹਿੱਤਾਂ ਨੇ, ਖਾਸ ਕਰਕੇ ਜੇ ਹੁਣ BJP ਹੈਗੀ ਹੈ ਹਰਿਆਣੇ ਦੇ ਵਿੱਚ ਤੇ ਉਹਨਾਂ ਨੇ ਛਡਾਇਆ ਹੋਊਗਾ। BJP ਕੁਛ ਨਾ ਕੁਛ ਕਿਸੇ ਕਿਸਮ ਦਾ ਲਾਹਾ ਲੈਣਾ ਚਾਹੁੰਦੀ ਹੋਊਗੀ। ਇਸ ਕਿਸਮ ਦਾ ਲੋਕਾਂ ਨੂੰ ਜ਼ਿਆਦਾ ਖਦਸ਼ਾ, ਚਰਚਾ ਚੱਲ ਰਹੀ ਹੈ। ਇਹ ਗੱਲ ਵੀ ਠੀਕ ਹੈਗੀ ਹੈ ਕਿ ਉਹਨਾਂ ਦੇ ਉੱਤੇ ਜਿਹੋ ਜਿਹੇ ਕੇਸ, ਕ੍ਰਿਮੀਨਲ ਕੇਸ ਹੈਗੇ ਆ, ਉਹ 'ਚੋਂ ਛੱਡ ਦੇਣਾ, ਉਹਨਾਂ ਨੂੰ ਬਾਹਰ ਕਰ ਦੇਣਾ। ਇਸ ਕਿਸਮ ਦੀ ਬੇਲ ਤੇ ਉਹ ਵੀ ਜਿਸ ਤਰ੍ਹਾਂ ਤੁਸੀਂ ਕਹਿ ਹੀ ਰਹੇ ਆ ਇਲੈਕਸ਼ਨਾਂ ਦੇ ਦਿਨਾਂ 'ਚ, ਤੇ ਬਿਨਾਂ ਰਾਜਨੀਤਿਕ ਮਨਸ਼ਾ ਤੋਂ ਤੇ ਨਹੀਂ ਹੋਊਗੀ। ਹੁਣ ਇਹ ਸਵਾਲ ਹੈ ਕਿ ਕਿਹੜੀ ਪਾਰਟੀ ਕਿਵੇਂ ਯੂਜ਼ ਕਰੂਗੀ। ਜਿਹਨਾਂ ਲੋਕਾਂ ਨੇ ਰਾਹਤ ਇਸ ਕਿਸਮ ਦੀ ਦਿਵਾਉਣ ਦੀ ਕੋਸ਼ਿਸ਼ ਕੀਤੀ ਤੇ ਕਾਮਯਾਬ ਹੋਏ ਹੈ, ਕੁਦਰਤੀ ਆ ਫਲ ਵੀ ਉਹੀ ਖਾਣਗੇ ਜਿਨ੍ਹਾਂ ਨੇ ਮਿਹਨਤ ਕੀਤੀ, ਖਾਣਗੇ। ਪੰਜਾਬ ਦੇ ਅੰਦਰ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ BJP ਤਰਲੋ ਮੱਛੀ ਹੋਈ ਹੈ, ਉਹਦੇ ਵਿੱਚ ਢੀਂਡਸੇ ਉਹਨਾਂ ਨੂੰ ਵੀ ਨਾਲ ਲਾਇਆ, ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਔਰ ਨਾਲ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਕੇ ਇੱਕ ਸ਼ੇਰ ਹੋਰ ਪਿੰਜਰੇ 'ਚੋਂ ਬਾਹਰ ਕਰਕੇ ਉਹਨਾਂ ਨੇ ਹੁਣ ਆਪਣਾ ਗੰਢ ਤੁੱਪ ਕਰਕੇ ਗੱਡੀ ਚਲਾ ਰਹੇ ਆ।
ਦੇਖਦੇ ਹਾਂ ਕਿੰਨਾ ਕੁ ਜਿਹੜੀ ਉਹ ਸਪੇਸ ਸਾਰੀ ਉਹਨਾਂ ਨੂੰ ਮਿਲਦੀ ਹੈ। ਸਰ ਜਿਵੇਂ ਤੁਸੀਂ ਕਿਹਾ ਕਿ ਇੱਕ ਸ਼ੇਰ ਹੋਰ ਪਿੰਜਰੇ ਦੇ ਵਿੱਚੋਂ ਬਾਹਰ ਕੱਢਤਾ, ਤੁਹਾਨੂੰ ਲੱਗਦਾ ਕਿ ਇਹ ਜੋ ਸ਼ੇਰ ਬਾਹਰ ਕੱਢਿਆ ਹੈ ਇਹਦਾ ਅਸਰ ਚੋਣਾਂ ਤੇ ਹੋਏਗਾ, ਲੋਕਾਂ ਦੀ ਮਾਨਸਿਕਤਾ ਤੇ ਅਸਰ ਪਏਗਾ? ਦੇਖੋ ਇਹ ਜਿੰਨੇ ਵੀ ਡੇਰੇ ਹੈਗੇ ਆ, ਇਹ ਕਿਤੇ ਨਾ ਕਿਤੇ ਤੇ ਕੁਛ ਨਾ ਕੁਛ ਦੇਣ ਲੈਣ ਰਾਜਨੀਤੀ ਦੇ ਵਿੱਚ ਇਹਨਾਂ ਦਾ ਚੱਲਦਾ। ਜੇ ਤੁਸੀਂ ਕਹੋ ਕਿ ਆਪਣੇ ਸਿਰਫ ਧਰਮ ਦੇ ਨਾਂ ਤੇ ਇਨਸਾਫ ਲਈ ਜਾਂ ਲੋਕ ਸੇਵਾ ਲਈ ਹੀ ਡੇਰੇ ਹੈਗੇ, ਜਿਸ ਤਰ੍ਹਾਂ ਰਾਜਨੀਤਿਕ ਲੋਕ ਵੀ ਉਹਨਾਂ ਦੇ ਕਹਿਣ ਦੀਆਂ ਗੱਲਾਂ ਹੋਰ ਤੇ ਅਸਲੀ ਮਨਸ਼ਾ ਹੋਰ, ਇਸ ਤਰ੍ਹਾਂ ਡੇਰਿਆਂ ਦਾ ਵੀ ਇੰਜ ਨਹੀਂ ਸੌਖਾ ਇਹ ਸਿਸਟਮ ਹੈਗਾ। ਜੇ ਵਿੱਚ ਵੜੋਗੇ ਤਾਂ ਸਾਰਾ ਦਿਖ ਪੈਂਦਾ ਵੀ ਅਸਲੀਅਤ ਕੀ ਹੈਗੀ। ਤੇ ਜਿਹੜੇ ਉਹਨਾਂ ਨੂੰ ਹਮੇਸ਼ਾ ਉਹਨਾਂ 'ਤੇ ਛਤਰੀ ਦੇ ਕੇ ਰੱਖਦੇ ਆ, ਪ੍ਰੋਟੈਕਸ਼ਨ ਦਿੰਦੇ ਆ ਜਾਂ ਉਹਨਾਂ ਨੂੰ ਉੱਤੋਂ ਪੈਟਰਨੇਜ ਕਰਦੇ ਆ, ਤੇ ਕੁਦਰਤੀ ਆ ਉਹ ਜਦੋਂ ਲੋੜ ਪਊਗੀ ਤੇ ਜਿਵੇਂ ਆਪਾਂ ਪੈਸਾ ਬੈਂਕ 'ਚੋਂ ਆਪਣੇ ਅਕਾਊਂਟ 'ਚੋਂ ਕਢਾਉਂਦੇ ATM ਰਾਹੀਂ, ਤੇ ਇਹ ਰਾਜਨੀਤਿਕ ATM ਵੀ ਹੈਗੇ ਆ। ਪਾਰਟੀ ਜਿੰਨਾ ਕੁ ਜਿਹਨੇ ਜਿਸ ਤਰ੍ਹਾਂ ਕੀਤਾ ਹੁੰਦਾ ਉਹਨਾਂ ਕੋ ਉਹਨਾਂ ਦਿਨਾਂ 'ਚ ਲਾਹਾ ਲੈਂਦੇ ਆ। ਤੇ ਇਹ ਤੇ ਕੋਈ ਦੋ ਰਾਏ ਹੀ ਨਹੀਂ ਹੈਗੀ ਕਿ ਜੇ ਬਾਹਰ ਆਏ ਹੈ ਤਾਂ ਉਹ ਵੈਸੇ ਹੀ ਬਾਹਰ ਆਏ ਆ ਮੈਂ ਸੈਰ ਸੂਰ ਕਰਨ ਆਪਣੇ ਘਰੇਲੂ ਕੰਮਾਂ ਲਈ, ਇਸ ਤਰ੍ਹਾਂ ਨਹੀਂ ਹੈ। ਔਰ ਖਾਸ ਕਰ ਜਿਹੜਾ ਇਹ ਡੇਰਾ, ਇਹਨਾਂ ਦੀ ਤਾਂ ਇੱਕ ਪੋਲੀਟੀਕਲ ਕਮੇਟੀ ਹੈਗੀ ਹੈ ਜਿਹੜੀ ਇਸ ਗੱਲ ਦੇ ਬਾਰੇ ਪੂਰਾ ਤਹਿਕੀਕਾਤ ਕਰਕੇ ਕਿਹੜੀ ਸੀਟ ਤੇ ਕਿੱਥੇ ਕਿਹਨੂੰ ਸਪੋਰਟ ਕਰਨਾ, ਹੋਲਸੇਲ ਕਰਨਾ ਸਮੁੱਚੀ ਕਿਸੇ ਪਾਰਟੀ ਨੂੰ ਸਾਰੀਆਂ ਸੀਟਾਂ ਤੇ, ਜਾਂ ਕੁਛ ਨੂੰ ਕਿਤੇ ਕਰਨਾ, ਕੁਛ ਨੂੰ ਦੂਜੇ ਨੂੰ ਦੂਜੀ ਜਗ੍ਹਾ ਕਰਨਾ, ਇਹ ਸਾਰੇ ਜਿਹੜੇ ਫੈਸਲੇ ਆ ਇਹ ਰਹੀਮ ਹੋਣਾ ਦੀ ਜਿਹੜੀ ਰਾਜਨੀਤਿਕ ਵਿੰਗ ਹੈ, ਕਮੇਟੀ ਹੈ ਫੈਸਲਾ ਲੈਣ ਵਾਲੀ, ਉਹ ਲਊਗੀ। ਤੇ ਹੁੰਦੀ ਤੇ ਸਾਰੀ ਬਾਬਾ ਜੀ ਦੀ ਮਿਹਰ ਦੇ ਨਾਲ ਹੀ ਹੋਊਗੀ ਜਿਹੜੇ ਰਾਮ ਰਹੀਮ ਬਾਹਰ ਆਏ ਆ। ਇਹ ਅਫਸੋਸ ਦੀ ਗੱਲ ਹੈ ਕਿ ਜਿਵੇਂ ਜਿਵੇਂ ਸਾਡੀ ਰਾਜਨੀਤੀ ਦੀ ਜਮਾਤ, ਰਾਜਨੀਤਿਕ ਜਮਾਤ ਕਹਿ ਲਓ, ਲੋਕਾਂ 'ਚੋਂ ਕੱਟਦੀ ਜਾ ਰਹੀ ਹੈ, ਬਦਨਾਮ ਹੁੰਦੀ ਜਾ ਰਹੀ ਹੈ, ਲੁੱਟ ਖੋਹ 'ਚ ਜ਼ਿਆਦਾ ਵਿਸ਼ਵਾਸ ਕਰ ਰਹੀ ਹੈ, ਉਵੇਂ ਉਵੇਂ ਹੀ ਇਹ ਜਿਹੜੇ ਡੇਰੇ ਆਪਣਾ ਪੈਰ ਪਸਾਰ ਰਹੇ ਆ, ਅਸਰ ਪਸਾਰ ਰਹੇ ਆ। ਪਰ ਇਹ ਤਾਂ ਇੰਝ ਹੈ ਜਿਵੇਂ ਸਮਾਨ 'ਚੋਂ ਡਿੱਗਿਆ ਖਜੂਰ ਚੱਟ ਗਿਆ ਵੀ ਪੋਲੀਟੀਸ਼ਨਾਂ ਤੋਂ ਪਰਾਂ ਹੋ ਗਏ ਤੇ ਬਾਬਿਆਂ ਦੇ ਚਲੇ ਗਏ। ਬਾਬੇ ਜਿਹੜੀ ਰਹਿੰਦੀ ਕਸਰ ਆ ਉਹ ਹੋਰ ਪੂਰੀ ਕਰ ਦਿੰਦੇ ਆ। ਉਹ ਤਾਂ ਕਹਿੰਦੇ ਵੀ ਬਸ ਕਰ ਆਪੇ ਹੀ ਹੋਊਗਾ, ਜੋ ਕਰੂਗਾ ਤੁਸੀਂ ਬੈਠੇ ਰਹੋ ਬਸ। ਇਹ ਸਾਰੀਆਂ ਚੀਜ਼ਾਂ ਜਿੱਥੇ ਚੰਗੇ ਬਾਬਿਆਂ ਦਾ ਜਿਹੜੇ ਸਮਾਜ ਸੇਵੀ ਹੈ, ਚੰਗਾ ਰੋਲ ਵੀ ਹੋ ਸਕਦੀ, ਚੰਗੀ ਭੂਮਿਕਾ ਵੀ ਹੋ ਸਕਦੀ ਹੈ। ਪਰ ਇੰਸਟੈਂਸ ਹੁਣ ਰਾਧਾ ਸੁਆਮੀ ਜੇ ਲੋਕਾਂ ਨੂੰ ਦਾਰੂ ਪੀਣ ਤੋਂ ਹਟਾਉਂਦਾ ਪੰਜਾਬ ਵਰਗੇ ਸੂਬੇ 'ਚ, ਤੇ ਇੱਕ ਚੰਗਾ ਕੰਮ ਵੀ ਹੈ। ਹਾਂ, ਪਰ ਨਾਲ ਮੀਟ ਖਵਾਉਣ ਤੋਂ ਵੀ ਹਟਾਉਂਦੇ ਆ, ਉਹ ਥੋੜ੍ਹਾ ਜਿਹਾ ਸਰੀਰ ਤੌਰ 'ਤੇ ਕਈਆਂ ਨੂੰ ਨੁਕਸਾਨ ਵੀ ਹੋ ਸਕਦਾ ਜੇ ਸਾਇੰਸ ਦੇ ਹਿਸਾਬ ਨਾਲ ਗੱਲ ਕਰੀਏ। ਤੇ ਇਹ ਸਾਰੇ ਹਰ ਇੱਕ ਦਾ ਇੱਕ ਆਪਣਾ ਆਪਣਾ ਤਰੀਕਾ ਹੈਗਾ। ਸਾਨੂੰ ਇਹ ਲੱਗਦਾ ਕਿ ਜੇ ਇੱਥੇ ਸਹੀ ਮਾਅਨਿਆਂ ਦੇ ਵਿੱਚ ਅਸੀਂ ਲੋਕਤੰਤਰਿਕ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਤਾਂ ਸਾਨੂੰ ਵੋਟਰ ਨੂੰ ਮਜ਼ਬੂਤ ਕਰਨਾ ਪਊ। ਵੋਟਰ ਦਿਨ ਦਿਨ ਕਮਜ਼ੋਰ ਹੋ ਰਿਹਾ। ਪਾਰਟੀਆਂ ਦੇ ਜਿਹੜੇ ਚੁਣਿੰਦਾ ਲੀਡਰ ਤੇ ਬਾਬੇ ਇਹ ਸਾਰੇ ਤਕੜੇ ਹੋ ਰਹੇ ਆ। ਇਸ ਤਰ੍ਹਾਂ ਹੀ ਸਾਡੇ ਕਾਰਪੋਰੇਟ ਘਰਾਣੇ ਵੱਡੇ ਪੱਧਰ 'ਤੇ ਪੈਸਾ ਇਕੱਠਾ ਕਰਕੇ ਦੇਸ਼ 'ਚੋਂ ਕਾਫੀ ਤਕੜੇ ਹੋ ਰਿਹਾ, ਤੇ ਉਹ ਰਾਜਨੀਤਿਕ ਪਾਰਟੀਆਂ ਨਾਲ ਕਾਫੀ ਗੱਠਜੋੜ ਗੰਢ ਧੁੱਪ ਹੈ। ਅੱਜ ਜਿੰਨੀਆਂ ਪਾਰਟੀਆਂ ਹੁਣ ਬੜੀਆਂ ਬੜੀਆਂ ਹੋਰਡਿੰਗ ਤੁਸੀਂ ਘੁੰਮ ਕੇ ਦੇਖੋ ਪੰਜਾਬ 'ਚ, ਮੈਂ ਦੇਖਦਾ ਵਿੱਚੇ ਕੇਜਰੀਵਾਲ ਤੇ ਵਿੱਚੇ ਬਾਕੀ ਦੇ, ਜਿੰਨੀਆਂ ਜਿਹਦੀਆਂ ਜ਼ਿਆਦਾ ਹੋਰਡਿੰਗਾਂ ਸਮਝ ਲਓ ਉਨਾ ਹੀ ਉਹ ਕਾਰਪੋਰੇਟਾਂ ਦੇ ਨੇੜੇ ਆ, ਉਨਾ ਹੀ ਉਹਨੂੰ ਮੋਟਾ ਪੈਸਾ ਕਿਤੇ ਲੱਗ ਗਿਆ। ਨਾ ਤੇ ਕੇਜਰੀਵਾਲ ਦੇ ਹਲ ਚੱਲਦੇ ਆ, ਨਾ ਮੋਦੀ ਦੇ ਚੱਲਦੇ ਆ, ਨਾ ਸੁਖਬੀਰ ਬਾਦਲ ਦੇ। ਜੇ ਚੱਲਦੇ ਵੀ ਹੋਣਗੇ ਤੇ ਉਹ ਵੋਟਾਂ 'ਚ ਲਈ ਥੋੜ੍ਹੀ ਖਰਚਣਗੇ, ਕਿਤੇ ਨਹੀਂ ਖਰਚਦੇ ਹੈਗੇ। ਇਸ ਲਈ ਮੇਰਾ ਤੇ ਤੁਹਾਡਾ ਰਾਮ ਰਹੀਮ ਬਾਰੇ ਜਿਹੜੀ ਤੁਸੀਂ ਚਰਚਾ ਛੇੜੀ ਹੈ, ਇਹ ਲਾਰਜਰ ਇਸ਼ੂ ਹੈਗਾ ਕਹਿਣਾ। ਇਹ ਸਾਰੇ ਧਿਰ ਮਿਲ ਕੇ ਵੋਟਰ ਨੂੰ ਜਿੰਨੀ ਕੁ ਮਾੜੀ ਜੀ ਹੋਸ਼ ਆਉਂਦੀ ਆ ਉਨਾ ਕੁ ਹੋਰ ਬੇਹੋਸ਼ ਕਰ ਦਿੰਦੇ ਆ। ਕੋਈ ਕਹਿੰਦਾ ਮੈਂ 1000 ਰੁਪਈਆ ਦਊਂਗਾ ਔਰਤਾਂ ਸਾਰੀਆਂ ਨੂੰ। ਕਿਉਂ ਬਈ, ਜਿਹੜੀਆਂ IAS ਔਰਤਾਂ ਉਹਨਾਂ ਨੂੰ 1000 ਰੁਪਈਆ ਕਿਉਂ ਕਾਹਦਾ ਦੇਣਾ? ਔਰ ਉਹ 1000 ਰੁਪਈਆ ਉਹਨਾਂ ਨੂੰ ਵੈਸੇ ਹੀ ਦੇਣਾ ਇੱਕ ਬੇਇੱਜ਼ਤੀ ਵਾਲੀ ਗੱਲ ਆ। ਉਹਨਾਂ ਦੇ ਆਪਣੇ ਰੁਤਬੇ ਦੇ ਮੁਤਾਬਕ ਵੀ ਮਹਾਰਾਣੀ ਪ੍ਰਦੀਪ ਦੇ ਪ੍ਰਨੀਤ ਕੌਰ ਦੇ ਘਰ 1000 ਰੁਪਈਏ ਦਾ ਚੈੱਕ ਭੇਜੋਗੇ ਤਾਂ ਉਹਨੂੰ ਕੀ ਲੱਗੂਗਾ? ਇਹ ਤਾਂ ਭੇਜਣਗੇ ਹੀ ਕਿਉਂਕਿ ਵਾਅਦਾ ਕੀਤਾ ਆ, ਭੇਜਣਗੇ ਤੇ ਜ਼ਰੂਰ, ਭਾਵੇਂ ਉਹ ਵਾਪਸ ਕਰ ਦੇ। ਇਹ ਲੋਕਾਂ ਨੂੰ ਵੱਡੀਆਂ ਦੇ ਦੇ ਕੇ, ਜਾਣੀ ਲੋਕਾਂ ਨੂੰ ਭਰਮਾ ਕੇ ਵੋਟਾਂ ਦੀ ਰਾਜਨੀਤੀ ਵਿੱਚ ਉਤਰ ਕੇ ਤੁਸੀਂ ਬੇਵਕੂਫ ਬਣਾ ਕੇ ਸੱਤਾ 'ਚ ਆਉਣਾ, ਔਰ ਇੱਕ ਵਾਰੀ ਆ ਕੇ ਫਿਰ ਦੁਬਾਰਾ ਹੋਰ ਬੇਵਕੂਫ ਬਣਾ ਕੇ ਉਹਨਾਂ ਨੂੰ ਸੱਤਾ 'ਚ ਆਉਣਾ। ਲੋਕ ਬੜੇ ਪਰੇਸ਼ਾਨ ਆ। ਲੋਕ ਪੰਜਾਬ ਦੇ ਤਬਦੀਲੀ ਤੇ ਚਾਹੁੰਦੇ ਆ,
पर ਜਿਹੜੇ ਕਹਿੰਦੇ ਕਿ ਅਸੀਂ ਤਬਦੀਲੀ ਦੇ ਅਸਲੀ ਹੱਕਦਾਰ ਆ, ਅਸੀਂ ਤੁਹਾਨੂੰ ਸਾਰਾ ਕੁਝ ਕਰ ਦਾਂਗੇ, ਅਸੀਂ ਤਾਂ ਪੰਜਾਬ 'ਚ ਜੇ ਸੱਤਾ 'ਚ ਨਹੀਂ ਆਏ, ਜਾਣੀ ਖਾਸ ਕਰ ਜਿਹੜੇ ਆਮ ਆਦਮੀ ਪਾਰਟੀ, ਮੈਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਰੰਧਾਵਾ ਜੀ ਕਿ ਇਹ ਪੰਜਾਬ 'ਤੇ ਕਬਜ਼ਾ ਕਰਨ ਆ ਰਿਹਾ। ਕਬਜ਼ਾ ਦਾ ਦਿੱਲੀ ਦੇ ਵਿੱਚ ਵੀ ਤੁਸੀਂ ਜਾ ਕੇ ਦੇਖ ਲਓ ਕਿ ਜਿਹੜਾ ਕਲੀਨਿਕ ਦਾ 400 450 ਜਿਹੜੀਆਂ ਬਣੇ ਅੱਧਿਆਂ ਤੋਂ ਵੱਧ ਬੰਦ ਪਈਆਂ, 4-5-7 ਨੂੰ ਲਿੰਬ ਪੁੱਛ ਕੇ ਕਦੀ ਉਹਨੂੰ ਦਿਖਾ ਕਦੀ ਉਹਨੂੰ ਦਿਖਾ, ਵੀਡੀਓ ਬਣਾ, ਉਹ ਪਾ ਸਾਰੇ ਅਸੀਂ ਨਾਲ ਬਿਨਾਂ ਤਹਿਕੀਕਾਤ ਕੀਤਿਆਂ ਲੱਗ ਪਏ। ਸਕੂਲਾਂ ਦਾ ਡਾਟਾ ਅਸੀਂ ਲਿਆ ਇਹਨਾਂ ਦਾ, ਉਹਨਾਂ ਸਕੂਲਾਂ ਦੇ ਅੰਕੜਿਆਂ ਦੇ ਵਿੱਚ ਵੀ ਰਿਜ਼ਲਟ ਥੱਲੇ ਆਏ ਆ। ਪ੍ਰਾਈਵੇਟ ਸਕੂਲਾਂ 'ਚ ਬੱਚੇ ਵੱਧ ਗਏ ਆ ਪਿਛਲੇ ਸਮੇਂ 'ਚ, ਗੌਰਮੈਂਟ ਸਕੂਲਾਂ 'ਚ ਬੱਚੇ ਘੱਟ ਜਾ ਰਹੇ ਹੈਗੇ। ਟੀਚਰ ਅਡਹੌਕ ਆ, 22,000 ਟੀਚਰ ਕੱਚੇ ਹੈ, ਉਹਨਾਂ ਦੀਆਂ ਨੌਕਰੀਆਂ ਕੋਈ ਪੱਕੀਆਂ ਕੀਤੀਆਂ ਨਹੀਂ, ਸ਼ਾਇਦ ਸਾਰੇ ਇੰਨਿਆਂ ਸਾਲਾਂ 'ਚ 400 ਨੌਕਰੀਆਂ ਪੱਕੀਆਂ ਕੀਤੀਆਂ। ਪੰਜਾਬੀ ਦਾ ਲਾ ਲਓ, ਇੱਥੇ ਆ ਰਹੇ, ਉੱਥੇ ਪੰਜਾਬੀ ਨੂੰ ਕਮਜ਼ੋਰ ਕੀਤਾ ਜਾ ਰਿਹਾ। ਕੱਲ੍ਹ ਹੀ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਏ ਹਾਂ, ਕਿਉਂਕਿ ਸਭ ਤੋਂ ਜ਼ਿਆਦਾ ਚਰਚਾ ਤਾਂ ਇਹਨਾਂ ਹੋਰਡਿੰਗ ਦੀ ਆ ਗਏ ਚੱਲ ਰਹੀ ਹੈ ਨਾ। ਮੈਂ ਤਾਂ ਉਸ ਗੱਲ ਦਾ ਐਕਸਪਲੇਨ ਕਰ ਰਿਹਾ ਕਿ ਇਹ ਤਬਦੀਲੀ ਨਹੀਂ, ਇੱਕ ਮੌਕਾ ਕੇਜਰੀਵਾਲ ਕੋ ਵੀ ਕਿਸ ਚੀਜ਼ ਦਾ ਤੈਨੂੰ ਇੱਕ ਮੌਕਾ, ਤੂੰ ਗੰਢੇ ਗੋੜਦਾ ਰਿਹਾ ਪੰਜਾਬ 'ਚ। ਤੇਰੇ ਇੱਥੇ ਬੰਦੇ ਬੈਠੇ ਸੀਗੇ ਉੱਥੇ ਬਾਰਡਰਾਂ ਦੇ ਉੱਤੇ, ਹੈਂ, ਉਹ ਕਿਸਾਨ 733 ਕਿਸਾਨ ਸ਼ਹੀਦ ਹੋ ਗਏ, ਤੂੰ ਕਿਤੇ ਸੀ ਕੀਤੀ? ਤੂੰ ਇੱਕ ਹਾਦਾ ਨਾਰਾ ਮਾਰਿਆ ਉੱਥੇ। ਉਲਟਾ ਇਹ ਬੈਠੇ ਕਹਿ ਰਹੇ ਸੀ ਦਿੱਲੀ ਦੇ ਵਿੱਚ कि तिन्ने काले कानून है तो जी सेंटर ने पास कर दिया, अब तो लागू होने ही हैं। स्टेटों के तो जो सूबियों के अधिकार क्षेत्र में ही नहीं आता, बड़ी हिंदी मैनू तो खेतर अं कहने, वो क्षेत्र कहेंगे, वो आउंदा ही नहीं। एक नोटिफाई भी करता उन्होंने चों, ਜਦੋਂ देखा कि किसान ਜਿਹੜੇ ਆ ਉਹ ਇਹਨਾਂ ਨੂੰ ਇਹ 'ਤੇ ਚੜ੍ਹ ਗਏ, ਇਹ 'ਤੇ ਰੋਕਣ ਵਾਲੇ ਆ, ਇਹ 'ਤੇ ਜ਼ਿਆਦਾ ਧੜੱਲੇਦਾਰ ਲੋਕ ਆ, ਇਹ ਟੁੱਟਣ ਵਾਲੇ ਨਹੀਂ। ਫਿਰ ਗਿਆ ਅੰਦਰ ਅਸੈਂਬਲੀ ਦੇ ਪਾੜ ਕੇ ਸੁੱਟ ਤੇ ਤਿੰਨੇ ਕਾਲੇ, ਉਹਦੇ ਨਾਲ ਵਾਪਸ ਹੋ ਗਏ। ਵਾਪਸ ਕਰੋ ਜਿਸ ਤਰ੍ਹਾਂ ਪਾਸ ਕਰ, ਉਹ ਸਾਰਾ ਕੁਝ ਭਾਵੇਂ ਐਜੂਕੇਸ਼ਨ ਦਾ, ਪੰਜਾਬੀ ਭਾਸ਼ਾ ਦਾ ਸੁਣ ਲਓ। 1400 ਟੀਚਰ ਹੁੰਦੇ ਸੀਗੇ, ਉਹ 400 ਟੀਚਰ ਰਹਿ ਗਏ ਆ, ਉਹ ਵੀ ਕੱਚੇ ਆ। ਅਤੇ ਕਹਿੰਦੇ ਸੀ ਅਸੀਂ 800 ਟੀਚਰ ਪੱਕੇ ਲਾਵਾਂਗੇ, ਔਰ ਲਾਏ ਆ 40। ਪੰਜਾਬੀ ਉੱਥੇ ਸਬਜੈਕਟ ਬੰਦ ਹੋਣ ਵਾਲਾ। ਜਦੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਸੀਗਾ, ਉਦੋਂ ਪਹਿਲਾਂ ਵੀ ਇਹਨਾਂ ਨੇ ਕਈ ਵਾਰੀ ਵਾਅਦੇ ਕੀਤੇ ਕਿ ਅਸੀਂ ਇੱਕ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਚੇਅਰ ਇਸਟੈਬਲਿਸ਼ ਕਰਾਂਗੇ। ਕਿੰਨੇ ਪੈਸੇ ਦੇਣੇ ਸੀ ਦਿੱਲੀ ਸਰਕਾਰ ਨੂੰ? ਸਾਡੇ ਕੋਲ ਬਹੁਤ ਪੈਸੇ, ਅਸੀਂ ਬੜੇ ਇਮਾਨਦਾਰ, ਅਸੀਂ ਤੇ ਕਰਪਸ਼ਨ ਫਰੀ। 50 ਲੱਖ ਰੁਪਈਆ ਦੇਣਾ ਸੀ, ਉਹ ਅੱਜ ਤੱਕ 50 ਲੱਖ ਰੁਪਈਆ ਨਹੀਂ ਦਿੱਤਾ। ਰਹੀ ਗੱਲ ਪੰਜਾਬੀਆਂ ਦੀ, 12 ਲੱਖ ਉੱਥੇ ਪੰਜਾਬੀਆਂ ਦੀਆਂ ਵੋਟਾਂ ਹੈਗੀਆਂ, ਇੱਕ ਵੀ ਕਦੀ ਕੈਬਨਿਟ ਮੈਂਬਰ ਨਹੀਂ। ਇੱਥੇ ਔਰਤਾਂ ਦੀਆਂ ਗੱਲਾਂ, ਉੱਥੇ ਇੱਕ ਵੀ ਔਰਤ ਕੈਬਨਿਟ ਦੀ ਵਜ਼ੀਰ ਨਹੀਂ ਬਣਾਈ। ਉੱਥੇ ਕਿੰਨਿਆਂ ਨੂੰ 1000 ਰੁਪਈਆ ਦਿੰਦਾ, ਬਈ ਤੇਰੇ ਕੋਲ ਤਾਂ ਪੈਸੇ ਉੱਥੇ ਹੈਗੇ, ਅਸੀਂ ਤਾਂ ਸਾਡੇ ਤੇ ਕਰਜ਼ਾਈ ਸਟੇਟ ਹੈਗੀ, ਸਾਡਾ ਨਹੀਂ ਖਜ਼ਾਨੇ ਤਾਂ ਸਾਰਿਆਂ ਦੇ ਖਾਲੀ ਰਹਿੰਦੇ ਅਮਰੀਕਾ ਤੋਂ ਥੱਲੇ ਤੱਕ, ਪਰ ਫਿਰ ਵੀ ਸਾਡਾ ਜਿੰਨਾ ਖਾ ਗਏ ਜਾਂ ਖਵਾਤਾ ਜ਼ਿਆਦਾ ਹੋ ਗਿਆ। ਪਰ ਤੂੰ ਕਿਵੇਂ ਇੱਥੇ ਜਦੋਂ ਪਹਿਲਾਂ ਹੀ ਸਟੇਟ ਏਡੇ ਵੱਡੇ ਪੱਧਰ 'ਤੇ ਪੌਣੇ 3 ਲੱਖ ਰੁਪਈਆ, ਕੋਈ 4 ਲੱਖ ਕਹਿੰਦਾ, ਕਈ ਕਿਸਮ ਦੀਆਂ ਕੈਲਕੂਲੇਸ਼ਨ ਆ, ਹਾਂ 3 ਲੱਖ ਕਰੋੜ ਰੁਪਈਆ ਤੁਸੀਂ ਸਮਝ ਲਓ। ਜਦੋਂ ਘਾਟੇ ਵਾਲਾ ਹੈਗਾ, ਤੇਰੇ ਇੰਨੇ ਪੈਸੇ ਤੂੰ ਉੱਥੇ ਤਾਂ ਦਿੰਦਾ ਨਹੀਂ। ਇਹ ਔਰਤਾਂ ਨੂੰ 1000 ਰੁਪਈਆ ਮਹੀਨੇ ਦਾ, ਇੱਥੇ 12-13 ਹਜ਼ਾਰ ਕਰੋੜ ਰੁਪਈਆ ਕਹਿੰਦੇ ਮੈਂ ਦੇਣਾ। ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਰਾਜਨੀਤੀ ਇੰਝ ਹੁੰਦੀ ਜਾ ਰਹੀ ਹੈ, ਜਿਹੜਾ ਮੀਡੀਆ ਦੇ ਵਿੱਚ ਜ਼ਿਆਦਾ ਛਲਾਵਾ ਦੇ, ਮੀਡੀਆ ਵੀ ਐਡਾ ਸਾਰਿਆਂ ਨੂੰ ਨਹੀਂ ਕਹਿੰਦਾ, ਜ਼ਿਆਦਾ ਵੱਡਾ ਹਿੱਸਾ ਉਹ ਐਡਾ ਭੁੱਖਮਰੀ ਫੈਲੀ ਹੋਈ ਆ ਵੀ ਆਹ ਹੀ ਵਾਢੀਆਂ ਦਾ ਮੌਕਾ, ਚੋਣਾਂ ਵਾਢੀਆਂ ਪਈਆਂ ਹੋਈਆਂ, ਲੈ ਲਓ ਜਿਹਨੇ ਕਿੰਨੇ, ਜਿੰਨੀ ਕਣਕ ਸਾਂਭੀ ਜਾਂਦੀ ਹੈ ਸਾਂਭ ਲਓ, ਘਰ ਭਰ ਲਓ, ਹਲਿਆ ਜੋ ਮਰਜ਼ੀ ਘਵਾ ਲਓ ਉਹਨਾਂ ਤੋਂ। ਕਿਸੇ ਨੂੰ ਗਾਲਾਂ ਕਢਾਉਣੀਆਂ ਗਾਲਾਂ ਕਢਾ ਲਓ, ਕਿਸੇ ਦੀ ਤਾਰੀਫ ਕਰਾਉਣੀ ਤਾਰੀਫ ਕਰਾ ਲਓ। ਇਹ ਅਫਸੋਸ ਵਾਲੀ ਗੱਲ ਆ ਕਿ ਅਸੀਂ ਦੇਸ਼ ਨੂੰ ਅਤੇ ਪੰਜਾਬ ਨੂੰ, ਇੱਥੋਂ ਦੇ ਸੰਵਿਧਾਨ ਨੂੰ, ਇੱਥੋਂ ਦੇ ਜਮਹੂਰੀਅਤ ਨੂੰ ਕਿੱਧਰ ਨੂੰ ਲਿਜਾ ਰਹੇ ਹਾਂ। ਕਰਨਾਟਕਾ ਦਿਖਦਾ ਸਾਨੂੰ, ਰਿਜ਼ਰਵ ਦਾ ਜਿਹੜਾ ਹੁਣ ਸਾਰਾ ਰੌਲਾ ਪਿਆ, ਇਹ ਸਾਰੇ ਦੇਸ਼ 'ਚ ਹੋਣ ਵਾਲਾ। ਔਰ ਇਹ ਜਿਹੜੇ ਬੰਦੇ ਸਾਡੇ, ਇੱਕ ਮੌਕਾ ਕੇਜਰੀਵਾਲ ਕੋ, ਇਹ ਆ ਰਹੇ ਆ ਵਿਕਲਪ ਦੇ ਤੌਰ 'ਤੇ ਪੰਜਾਬੀਆਂ ਨੂੰ ਭਰੋਸਾ ਦੇ ਕੇ ਕਿ ਇਹ ਗੰਦੇ, ਮੈਂ ਕੋਈ ਉਹਨਾਂ ਦੀ ਬਿਲਕੁਲ ਤਾਰੀਫ ਨਹੀਂ ਕਰ ਰਿਹਾ, ਪਰ ਇਹ ਕੀ ਕਰਨਗੇ ਇੱਥੇ ਆ ਕੇ, ਇਹ ਇਹਨਾਂ ਨੂੰ ਪੁੱਛਿਆ ਜਾਵੇ ਵੀ ਇਹ ਸਾਡਾ ਕੀ ਸਵਾਰਨਗੇ। ਸਾਡਾ ਤਾਂ ਪੰਜਾਬੀਆਂ ਨੂੰ ਇਹੋ ਹੀ ਕਹਿਣਾ ਹੈਗਾ
ਕਿ ਜਿਹੜੇ ਵੀ ਤੁਹਾਨੂੰ ਚੰਗੇ ਬੰਦੇ ਦਿਖ ਰਹੇ ਆ, ਹੁਣ ਕਿਸਾਨ ਲੀਡਰ ਆ, ਉਹਨਾਂ ਨੇ 103 ਦੇ ਕਰੀਬ ਕੈਂਡੀਡੇਟ ਉਤਾਰੇ ਆ। ਨਹੀਂ ਪੈਸੇ ਹੈਗੇ, ਨਹੀਂ ਸੋਸ਼ਲ ਮੀਡੀਆ ਹੈਗਾ, ਨਹੀਂ ਸਾਡੇ ਕਿੰਨੇ ਕੈਂਡੀਡੇਟ ਆ, ਰੋਜ਼ ਫੋਨ ਆਉਂਦੇ ਆ। ਅਨਰੂਪ ਕੌਰ ਮੈਂ ਨਾਂ ਲੈ ਕੇ ਦੱਸਦਾ ਆ, ਉਹ ਪ੍ਰੋਫੈਸਰ ਆ, ਦਿੱਲੀ ਯੂਨੀਵਰਸਿਟੀ ਦੀ, ਛੱਡ ਕੇ ਆਈ ਹੋਈ ਹੈ। ਮੈਂ ਹੱਥ ਪੈਰ ਮਾਰ ਕੇ ਕਦੇ ਉੱਧਰੋਂ ਕੋਈ ਪੈਸੇ ਭੇਜੋ, ਕਿਸੇ ਨੂੰ ਮਿਹਨਤ ਕਰੋ, ਤਰਲਾ ਕਰੋ, ਲੱਗੇ ਹੋਏ ਆ। ਪਰ ਓਵਰਆਲ ਹਾਲਾਤ ਇਹ ਬਣਾਈ ਹੋਈ ਹੈ ਕਿ ਜਿਨ੍ਹਾਂ ਕੋਲ ਪੈਸਾ, ਉਹਨਾਂ ਦੇ ਨਾਂ 'ਤੇ ਲੋਕ ਭਰੋਸਾ ਕਰਦੇ ਆ ਅਤੇ ਨਾ ਉਹਨਾਂ ਦੀ ਕੋਈ ਬਹੁਤੀ ਸਿੰਪਥੀ ਹੈਗੀ। ਜਿਨ੍ਹਾਂ ਕੋਲ ਪੈਸਾ ਹੈਗਾ ਉਹ ਪ੍ਰਾਪੇ ਗੰਡੇ ਰਾਹੀਂ ਲੋਕਾਂ ਨੂੰ ਪਚਲਾ ਕੇ, ਜਿਵੇਂ ਆਪ ਦਾ ਝਾੜੂ ਰੌਲਾ ਪਾਇਆ ਹੋਇਆ, ਉਸ ਦੇ ਰਾਹੀਂ ਸੱਤਾ 'ਤੇ ਕਬਜ਼ਾ ਕਰਕੇ, ਜਿਵੇਂ ਅੰਗਰੇਜ਼ਾਂ ਨੇ ਕੀਤਾ ਸੀ, ਸਾਡੀ ਜਿਹਨੂੰ ਪਰਨੇ ਵਾਂਗੂ ਹੋਰ ਨਿਚੋੜ ਕੇ ਤਾਰ 'ਤੇ ਪਾਉਣਾ ਚਾਹੁੰਦੇ, ਸੁਕਾਉਣਾ ਚਾਹੁੰਦੇ ਸਾਨੂੰ। ਦੇਖੋ, ਮੇਰਾ ਇਹੀ ਲਾਸਟ ਤਾਂ ਕਹਿਣਾ ਆ, ਚੱਲੀ ਤੇ ਗੱਲ ਬਾਬਿਆਂ ਤੋਂ। ਇਹ ਬਾਬਿਆਂ ਵਾਲਾ ਇੱਕੋ ਹੀ ਜੂੜ ਨਹੀਂ ਹੈ ਇਕੱਲਾ ਰਾਮ ਰਹੀਮ ਦਾ, ਇਹਦੇ ਵਿੱਚ ਪੋਲੀਟੀਸ਼ੀਅਨ ਵੀ ਉਸੇ ਤਰ੍ਹਾਂ ਹੀ ਆ, ਮਾਫੀਏ ਵੀ ਹੈਗੇ ਆ, ਉਹ ਖੁੱਲ੍ਹਾ ਪੈਸਾ ਦਿੰਦੇ। ਔਰ ਜਿਵੇਂ ਖੇਡਾਂ ਦੇ ਉੱਤੇ, ਕ੍ਰਿਕਟ ਦੇ ਉੱਤੇ, ਹੋਰਨਾਂ ਅਤੇ ਘੋੜਿਆਂ ਦੀ ਦੌੜ ਦੇ ਉੱਤੇ ਸੱਟਾ ਲੱਗਦਾ, ਚੋਣਾਂ ਦੇ ਉੱਤੇ ਸੱਟਾ ਬਾਜ਼ਾਰ ਵੀ ਪੂਰਾ ਗਰਮ ਹੋਇਆ ਪਿਆ। ਮੈਨੂੰ ਕੋਈ ਦਿਖਾ ਕੇ ਗਿਆ ਕੱਲ੍ਹ। ਇਹ ਸਾਰਾ ਇੱਕ ਕੀ ਹੋ ਗਿਆ? ਆਪਾਂ ਨੇ ਸਾਰੇ ਜਿਹੜੇ ਸਿਟੀਜ਼ਨ ਆ, ਹਮਾ ਤੁਮਾ, ਤੁਸੀਂ ਜਿਸ ਤਰ੍ਹਾਂ ਆਏ ਆ, ਸਾਰੇ ਜ਼ਿੰਮੇਵਾਰੀ ਸਮਝ ਕੇ, ਇੱਕ ਮੋਰਲ ਆਪਣੀ ਦਿਆਨਤਦਾਰੀ ਜਾਂ ਮੋਰਲ ਜ਼ਿੰਮੇਵਾਰੀ ਸਮਝ ਕੇ ਜੇ ਅਸੀਂ ਲੱਗੇ ਰਹਾਂਗੇ ਤਾਂ ਸ਼ਾਇਦ ਅਸੀਂ ਇਸ ਸਿਸਟਮ ਨੂੰ ਬਚਾ ਪਾਵਾਂਗੇ। ਪਰ ਇਹ ਜਿਹੜਾ ਘੁਣ ਲੱਗ ਗਿਆ ਜਾਂ ਕੈਂਸਰ ਲੱਗ ਗਿਆ ਸਾਡੇ ਸਿਸਟਮ ਨੂੰ, ਉਹ ਅਤੀ ਚਾਰੇ ਪਾਸਿਓਂ ਚੰਗੀਆਂ ਖਬਰਾਂ ਨਹੀਂ, ਭਿਆਨਕ ਹੈਗਾ। ਬਾਬੇ ਤੋਂ ਗੱਲ ਚੱਲੀ ਸੀ, ਅਸੀਂ ਤਾਂ ਬਾਬਾ ਜੀ ਨੂੰ ਇਹੋ ਹੀ ਅਰਦਾਸ ਕਰਾਂਗੇ ਭਈ ਚੰਗੇ ਪਾਸੇ ਭੁਗਤਿਓ, ਕਿਉਂਕਿ ਤੁਹਾਨੂੰ ਲੋਕ ਬਾਬਾ ਸਮਝਦੇ ਆ। ਨਹੀਂ ਤੇ ਲੋਕਾਂ ਦੀ ਜਿੱਥੇ ਮਾੜੀ ਮੋਟੀ ਆਸਥਾ ਬਾਬਿਆਂ 'ਤੇ ਹੈ, ਉਹ ਵੀ ਜਾਂਦੀ ਰਹੂਗੀ। ਲੋਕ ਜਿਵੇਂ ਪੋਲੀਟੀਸ਼ੀਅਨਾਂ ਤੋਂ ਗਈ ਤੇ ਇਹਨਾਂ ਤੋਂ ਵੀ ਗਈ, ਇਹਨਾਂ ਦੀ ਦੁਕਾਨਦਾਰੀ ਵੀ ਖਤਰੇ 'ਚ ਪੈ ਜਾਊਗੀ। ਚੰਗੇ ਕੰਮ ਕਰਨਗੇ ਤੇ ਲੋਕ ਨਾਲ ਲੰਮੇ ਦੌਰ ਤੱਕ ਇਹਨਾਂ ਦੇ ਨਾਲ ਸੇਵਕ ਲੱਗੇ ਰਹਿਣਗੇ। ਸਰ, ਇੱਕ ਆਖਰੀ ਸਵਾਲ ਹੈ ਮੇਰਾ, ਜਿਵੇਂ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਤੇ ਹੋਰ ਬਾਕੀ ਸਿੰਘ ਨੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਫਿਰ ਵੀ ਉਹ ਜੇਲ੍ਹ ਦੇ ਵਿੱਚ ਨੇ, ਤੇ ਰਾਮ ਰਹੀਮ ਵਰਗੇ 21 ਦਿਨਾਂ ਦੀ ਫਰਲੋ ਲੈ ਕੇ ਬਾਹਰ ਨੇ। ਇਸ ਦੇ ਵਿੱਚ ਤੁਹਾਨੂੰ ਲੱਗਦਾ ਕਿ ਕੇਂਦਰ ਸਰਕਾਰ ਤੇ ਰਾਜ ਸਰਕਾਰ ਦਾ ਕੋਈ ਉਦੇਸ਼ ਹੈ, ਕੋਈ ਮੰਤਵ ਹੈ? ਤੁਸੀਂ ਬਿਲਕੁਲ ਸਹੀ ਇਹ ਪੁਆਇੰਟ ਲਿਆ। ਅਸੀਂ ਕੱਲ੍ਹ ਦੀ PC 'ਚ ਜਲੰਧਰ ਕੀਤੀ, ਇਹ ਪੁਆਇੰਟ ਵੀ ਹਾਈਲਾਈਟ ਕੀਤਾ। ਜਿਹੜੇ ਬੰਦੇ ਸਜ਼ਾ ਭੁਗਤ ਗਏ, ਕੋਈ ਗਲਤ ਜਾਂ ਠੀਕ ਫੜੇ ਗਏ ਜਾਂ ਜੋ ਵੀ ਹੈ, ਕੋਰਟਾਂ ਦਾ ਆਪਾਂ ਨੇ ਕੋਰਟਾਂ ਤੋਂ ਬਾਗੀ ਨਹੀਂ ਹੋ ਪਾਉਂਦੇ, ਪਰ ਜੋ ਵੀ ਕੋਰਟਾਂ ਨੇ ਕੀਤਾ ਮੰਨ ਲਿਆ। ਉਦੋਂ ਬਾਅਦ ਤੁਸੀਂ 5-5 10-10 ਸਾਲ ਕਿਹੜੇ ਕੰਮ ਲਈ ਤੁਸੀਂ ਉਹਨਾਂ ਨੂੰ ਬੰਦ ਕਰੀ ਜਾ ਰਹੇ ਆ ਜੀ? ਇਹ ਟਿਪੀਕਲ ਕੇਸ ਆ ਜਿਹੜਾ ਤੁਸੀਂ ਪ੍ਰੋਫੈਸਰ ਭੁੱਲਰ ਵਾਲਾ, ਬੰਦੀ ਸਿੱਖ ਵਾਲਾ, ਉਹਨਾਂ ਨੂੰ 10 ਸਾਲ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ, 10-11 ਸਾਲ ਤੋਂ। ਵੈਸੇ ਹੀ ਜਿਹੜਾ ਬੰਦਾ ਪਰੇਸ਼ਾਨ ਆ, ਉਹਨੂੰ ਕੀ ਲੋੜ ਹੈ ਰੱਖਣ ਦੀ ਜੇਲ੍ਹ ਦੇ ਵਿੱਚ? ਜੇਲ੍ਹ 'ਤੇ ਸੁਧਾਰ ਕਰ ਰਿਹਾ, ਤੁਸੀਂ ਸੁਧਾਰ ਕਰ ਰਹੇ ਆ ਕਿ ਉਹਨੂੰ ਖਤਮ ਕਰਨ ਜਾ ਰਹੇ ਆ? ਔਰ ਸਭ ਤੋਂ ਦੁਖਦਾਇਕ ਗੱਲ ਮੈਂ ਇਹ ਦੱਸਣੀ ਚਾਹੁੰਦਾ ਕਿ 550ਵੇਂ ਸਾਲ ਦੇ ਉੱਤੇ ਗੁਰੂ ਨਾਨਕ ਦੇਵ ਜੀ ਦੇ, ਜਦੋਂ ਮੋਦੀ ਨੇ ਜਾਂ ਕੇਂਦਰ ਸਰਕਾਰ ਨੇ ਰਲ ਕੇ ਵਾਅਦਾ ਕੀਤਾ ਕਿ ਅਸੀਂ ਇਹਨਾਂ ਨੂੰ ਰਿਹਾ ਕਰਾਂਗੇ, ਔਰ ਉਹਨਾਂ ਨੇ ਕਿਹਾ ਦਿੱਲੀ ਸਰਕਾਰ ਨੂੰ, ਕਿਉਂਕਿ ਬੰਦ ਉੱਥੇ, ਕਿ ਤੁਸੀਂ ਇਹਨਾਂ ਨੂੰ ਇਜਾਜ਼ਤ ਦਿਓ ਵੀ ਇਹ ਚਲੇ ਜਾਣ। ਇਹਨਾਂ ਨੇ ਆਪਣੀ ਹਰਸ਼ਵਰਧਨ ਕੇ ਕੌਣ ਹੈ ਇਹਨਾਂ ਦਾ ਜਿਹੜਾ ਹੋਮ ਮਿਨਿਸਟਰ ਆ, ਜਤਿੰਦਰ ਜੈਨ, ਸ਼ਾਇਦ, ਹਾਂ ਜਤਿੰਦਰ ਜੈਨ, ਉਹ ਹੋਮ ਮਿਨਿਸਟਰ ਹੈ, ਉਹਦੇ ਕਮੇਟੀ ਦੇ ਵਿੱਚ ਉਹਨੇ ਫੈਸਲਾ ਕੀਤਾ। ਮੇਰੇ ਕੋਲ ਫੈਸਲਾ ਪਿਆ, ਤੁਹਾਨੂੰ ਜਾਣ ਲੱਗਿਆਂ ਦੇ ਦੂੰ, 2 ਪੇਜ ਦਾ ਫੈਸਲਾ। ਇਹ ਕੀਤਾ ਕਿ ਨਹੀਂ ਜੀ, ਇਹ ਛੱਡਿਆ ਨਹੀਂ ਜਾ ਸਕਦਾ, ਇਹਨਾਂ ਦੀ ਇਜਾਜ਼ਤ ਤੋਂ ਬਗੈਰ ਨਹੀਂ ਸੀ ਹੋ ਸਕਦਾ। ਕਨ੍ਹਈਆ ਦੇ ਕੇਸ ਲੱਗਾ, ਕਿੱਡੀ ਗੁੰਡਾਗਰਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਹੋਈ ਸੀ, ਸਾਰਿਆਂ ਨੇ ਦੇਖੀ। ਇਹਦੀ ਇਜਾਜ਼ਤ ਤੋਂ ਬਗੈਰ ਉਹਦੇ 'ਤੇ ਕੇਸ ਨਹੀਂ ਸੀ ਬਣ ਸਕਦਾ, ਪੁਲਿਸ ਦੀ ਇਜਾਜ਼ਤ ਇਹਨੇ ਦਿੱਤੀ ਕੇਜਰੀਵਾਲ ਨੇ। ਹੁਣ ਕਨ੍ਹਈਆ ਕੁਮਾਰ 'ਤੇ ਦੇਖੋ, ਇੱਕ ਯੰਗ ਲੀਡਰ ਆ, ਅਮਰਜਿੰਗ ਲੀਡਰ ਆ, ਤਰਕਸ਼ੀਲ ਬੰਦਾ ਹੈਗਾ, ਤੁਸੀਂ ਉਹਨੂੰ ਵੀ ਨਹੀਂ ਬਚਾਉਣਾ ਚਾਹੁੰਦੇ। ਸ਼ੁਰੂ 'ਚ ਬਚਾਇਆ ਜਦੋਂ ਦੇਖਿਆ ਕਿ ਯੂਥ ਉਹਦੇ ਪਿੱਛੇ ਆ, ਬਾਅਦ 'ਚ ਹੌਲੀ ਦੇਣੀ ਹੈ ਜਾਣੀ ਫੈਸਲਾ ਦੇ ਕੇ ਕਰ ਦਿਓ, ਕੋਈ ਨਹੀਂ, ਠੋਕੋ ਮੰਜੀ। ਇਹ ਜਿਹੜੇ ਇੱਕ ਲਿਟਮਸ ਟੈਸਟ ਹੈਗਾ ਸੀਗਾ ਦਵਿੰਦਰ ਭੁੱਲਰ ਹੋਣਾ ਦਾ,
ਉਹਦੇ 'ਚੋਂ ਕੇਜਰੀਵਾਲ ਬੜੇ ਬੁਰੇ ਤਰੀਕੇ ਨਾਲ ਫੇਲ ਹੀ ਨਹੀਂ ਹੋਇਆ। ਇਹ 11 ਦਸੰਬਰ 2020 ਦੀ ਗੱਲ ਹੈ ਜਿਹੜਾ ਫੈਸਲਾ ਮੈਂ ਤੁਹਾਨੂੰ ਕੋਟ ਕਰ ਰਿਹਾ। ਹਾਂ, ਉਹ ਫੇਲ ਹੀ ਨਹੀਂ ਹੋਏ। ਇਹ ਬਿਲਕੁਲ ਇਹਨਾਂ ਦਾ ਨਕਾਬ 'ਚੋਂ ਬਾਹਰ ਆ ਕੇ ਅਸਲੀ ਚਿਹਰਾ ਨੰਗਾ ਹੋ ਗਿਆ ਕਿ ਜਿਹੜੇ ਪੰਜਾਬ ਦੇ ਅੰਦਰ ਆ ਕੇ ਅੱਜ ਆਪਣੀ ਇਸ ਕਿਸਮ ਦੀ ਧਾਂਕ ਜਮਾਉਣੀ ਚਾਹੁੰਦੇ ਆ, ਸੱਤਾ 'ਤੇ ਕਬਜ਼ਾ ਕਰਨਾ ਚਾਹੁੰਦੇ ਆ। ਇੱਥੇ ਸਾਡੀ ਬੋਲੀ ਦਾ, ਸਾਡੇ ਪੰਜਾਬ ਦਾ, ਸਾਡੇ ਵਿਕਾਸ ਦਾ, ਸਾਡੇ ਸੱਭਿਆਚਾਰ ਦਾ ਇਹ ਕਿਸ ਪਾਸੇ ਨੂੰ ਲੈ ਕੇ ਜਾਣਗੇ ਜਿਹੜੇ ਬਰਦਾਸ਼ਤ ਹੀ ਨਹੀਂ ਕਰਦੇ ਸਾਨੂੰ। ਔਰ ਦੂਸਰੀ ਗੱਲ ਇਹ ਵੀ ਸਮਝ ਲਓ ਤੁਹਾਨੂੰ, ਇਹ ਉਹ ਕੇਜਰੀਵਾਲ ਨਹੀਂ ਪਿਛਲੇ 2017 ਵਾਲਾ, ਜਿਹੜਾ ਐਤਕਾਂ ਵਾਲਾ ਕੇਜਰੀਵਾਲ ਆ ਉਹ ਜ਼ਿਆਦਾ ਨੰਗੇ ਰੂਪ 'ਚ RSS ਦੇ ਇੱਕ ਰਾਜਨੀਤਿਕ ਵਿੰਗ ਤੌਰ 'ਤੇ ਅੱਗੇ ਆਇਆ। 3 ਇੱਥੇ ਤਿਰੰਗਾ ਮਾਰਚ ਹੋਏ, ਪਠਾਨਕੋਟ, ਜਲੰਧਰ ਤੇ ਫਿਰ ਸ਼ਾਂਤੀ ਮਾਰਚ। ਜਦੋਂ ਅਸੀਂ ਕਿਹਾ ਤਿਰੰਗਾ ਮਾਰਚ ਕਾਹਦਾ ਕੱਢ ਰਹੇ ਆ, ਫਿਰ ਉਹਦਾ ਨਾਂ ਰੱਖਤਾ ਸ਼ਾਂਤੀ ਮਾਰਚ ਪਟਿਆਲੇ 'ਚ। ਇੱਥੇ ਕਿਹੜੀ ਸ਼ਾਂਤੀ ਫੈਲੀ? ਇੱਥੇ ਕੋਈ ਬੈਠੇ ਬੰਦੇ ਆਤੰਕਵਾਦੀ ਬੈਠੇ ਜਿਹੜੇ ਬੰਬ ਗੋਲੇ ਚਲਾਈ ਜਾਂਦੇ ਆ। ਇਹ ਕਸ਼ਮੀਰ ਦਾ ਤੇ ਹੈ ਨਹੀਂ, ਉਹ ਕਸ਼ਮੀਰ ਦਾ ਸੱਤਿਆਨਾਸ਼ ਵੀ ਇਹਨਾਂ ਨੇ ਰਲ ਕੇ ਕੀਤਾ। ਇਹੀ ਕੇਜਰੀਵਾਲ ਨੇ ਧਾਰਾ 370 ਹਟਾਉਣ ਦੇ ਵਿੱਚ ਉਹ ਇੱਕ ਘੱਟ ਗਿਣਤੀ ਹੈਗੀ ਹੈ ਤੇ ਉਸ ਨੂੰ ਫੈਸਲਾ ਲਿਆ ਸੀਗਾ, ਉਹਦੀ ਸਪੋਰਟ ਕੀਤੀ ਸੀ। CAA ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਸੀ, ਜਿਹੜਾ ਉੱਥੇ ਇੰਨੀ ਦੇਰ ਸ਼ਹੀਨ ਬਾਗ ਦੇ ਵਿੱਚ ਮੋਰਚਾ ਔਰਤਾਂ ਨੇ, ਮੁਸਲਿਮ ਔਰਤਾਂ ਨੇ ਲਾ ਕੇ ਰੱਖਿਆ, ਇਹਨੇ ਜਾ ਕੇ ਕੀ ਇਹਦੀ ਭੂਮਿਕਾ ਸੀ? ਜਦੋਂ ਇੱਥੇ ਕਿਸਾਨਾਂ ਨੇ ਕਿੰਨੀ ਇੱਕ ਰੈਲੀ ਕੀਤੀ, ਹਾਦਾ ਨਾਰਾ ਮਾਰਿਆ ਉਹਨਾਂ ਦੇ ਹੱਕ ਵਿੱਚ। ਅਸੀਂ ਕਹਿ ਕੇ ਕਰਲਾ ਕੇ 1 ਸਾਲ ਇਹਨੂੰ ਕਹਿ ਕੇ ਥੱਕ ਗਏ ਕਿ ਕੇਜਰੀਵਾਲ 2-4 ਰੈਲੀਆਂ ਤੋਂ ਤਕੜੀਆਂ ਰਾਮਲੀਲਾ ਗਰਾਊਂਡ 'ਚ ਕਰਦੇ, ਇਹਨਾਂ ਦਾ ਕੰਮ ਹੋ ਜਾਊਗਾ ਦਿੱਲੀ 'ਚੋਂ, ਜਾਂ ਸਾਨੂੰ ਬੁਲਾ ਅਸੀਂ ਉੱਥੇ ਆਉਂਦੇ ਹਾਂ। ਤੂੰ ਸਾਨੂੰ ਹੀ ਕਹਿੰਦਾ ਕਿ ਆਓ, ਲਲਕਾਰ ਗਏ ਅਸੀਂ ਤੁਹਾਡੇ ਨਾਲ ਹਾਂ। ਜਦ ਪੰਜਾਬ ਨੂੰ ਜਦੋਂ ਵੀ ਭੀੜ ਪਈ, ਲੋੜ ਪਈ, ਇਹ ਮਾਊਂ ਜਿਹਾ ਬਣ ਕੇ ਅਮਿਤ ਸ਼ਾਹ ਵੱਲ ਨੂੰ ਦੇਖਿਆ, ਇਹਨੇ ਪੰਜਾਬੀਆਂ ਵੱਲ ਨੂੰ ਜਾਂ ਘੱਟ ਗਿਣਤੀਆਂ ਵੱਲ ਨੂੰ ਨਹੀਂ ਦੇਖਿਆ। ਦੰਗਿਆਂ ਦੇ ਨਾਂ 'ਤੇ ਕਿੰਨੇ ਮੁਸਲਮਾਨ ਉੱਥੇ ਮਾਰੇ ਗਏ। ਇਹ ਗਿਆ ਕਿਉਂ ਨਹੀਂ ਉਹਨਾਂ ਦੇ ਵਿਹੜਿਆਂ 'ਚ? ਕਿਉਂ ਨਹੀਂ ਜਾ ਕੇ ਉਹਨਾਂ ਨਾਲ ਕੋਈ ਸਿੰਪਤੀ? ਕਿਉਂਕਿ ਹਿੰਦੂ ਮਾਈਂਡ ਜਿਹੜਾ ਹਿੰਦੂ ਰਾਸ਼ਟਰਵਾਦੀ ਜਾਂ ਭਾਰਤ ਮਾਤਾ ਕੀ ਜੈ ਵਾਲੇ ਉਸ ਕਿਸਮ ਦੀ ਸੋਚ ਨੂੰ ਪ੍ਰਮੋਟ ਕਰਨਾ। ਹਿੰਦੂ ਰਾਸ਼ਟਰਵਾਦੀ ਇਹ ਸਾਰੇ ਉਸ ਕਿਸਮ ਦੇ। ਅਸੀਂ ਕੋਈ ਹਿੰਦੂ ਉਸ ਨੂੰ ਨਹੀਂ ਕਹਿੰਦੇ ਆ ਜਿਹੜੇ ਪੰਜਾਬ ਦੇ ਹਿੰਦੂ, ਇਹ ਅਸੀਂ ਤਾਂ ਇੱਕ ਦੂਜੇ ਦੇ ਭੈਣ ਭਰਾ ਹੈਗੇ ਆ। ਮੈਂ ਉਸ ਜਿਹੜੀ ਮਨੂਵਾਦੀ ਸੋਚ ਦੇ ਉੱਤੇ ਅਟੈਕ ਕਰਨਾ ਚਾਹੁੰਦਾ, ਜਿਹੜੇ ਉਸ ਦੇ ਨਾਂ ਦੇ ਉੱਤੇ ਰਾਜਨੀਤੀ ਦੇ ਉੱਤੇ ਕਬਜ਼ਾ ਕਰਕੇ ਲੋਕਾਂ ਨੂੰ ਕਮਜ਼ੋਰ ਤੇ ਤੋੜਨਾ ਤੇ ਆਪਸੀ ਨਫ਼ਰਤ ਫੈਲਾਉਣਾ ਚਾਹੁੰਦੇ ਜਾਤਾਂ ਧਰਮਾਂ ਦੇ ਨਾਂ 'ਤੇ। ਮੈਂ ਉਸ ਸੋਚ ਨੂੰ, ਜਿਹੜੀ ਮਨੂਵਾਦੀ ਸੋਚ ਆ, ਉਹਦੇ ਵਿਰੁੱਧ ਬੋਲ ਰਿਹਾ। ਹਿੰਦੂ ਸਾਡੇ ਭਰਾ ਆ, ਸਾਡੇ ਅਸੀਂ ਕੱਲ੍ਹ ਮੰਦਿਰ 'ਚ ਜਾ ਕੇ ਆਏ ਹਾਂ, ਮਹਾਲਕਸ਼ਮੀ ਨਾਰਾਇਣ ਮੰਦਿਰ ਦੇ ਵਿੱਚ ਘੰਟੀ ਵਜਾ ਕੇ ਮੈਂ ਵੀ ਆਇਆ। ਸਾਨੂੰ ਚੰਗਾ ਲੱਗਦਾ, ਹਰ ਇੱਕ ਦੀ ਆਪਣੀ ਆਪਣੀ ਆਸਥਾ ਹੈ, ਆਪਣੀ ਆਪਣੀ ਸ਼ਰਧਾ। ਅਸੀਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਗਏ ਹੀ, ਉੱਥੇ ਇੱਕ ਤਖੀਆ ਸੀ, ਉੱਥੇ ਚਾਦਰ ਚੜ੍ਹਾ ਕੇ ਵੀ ਆਏ, ਉੱਥੇ ਵੀ ਆਇਤਾਂ ਪੜ੍ਹੀਆਂ ਗਈਆਂ ਸਾਡੇ ਹੱਕ ਦੇ ਵਿੱਚ। ਫਿਰ ਅਸੀਂ ਵਾਲਮੀਕੀ ਮੰਦਿਰ 'ਚ ਵੀ ਗਏ, ਇੱਕੋ ਹੀ ਪਿੰਡ 'ਚ ਚਾਰੇ ਕੁਛ ਸੀ। ਮੈਂ ਪਰਮਦੀਪ ਬੈਦਵਾਨ ਦੀ ਕੰਪੇਨ 'ਤੇ ਗਿਆ ਸੀ। ਮੈਂ ਤੁਹਾਨੂੰ ਉਸ ਗੱਲ ਦੇ ਉੱਥੇ ਪਿੰਡਾਂ ਦੀਆਂ ਗੱਲਾਂ ਦੱਸ ਰਿਹਾ। ਕਹਿਣ ਦਾ ਮਤਲਬ, ਲੋਕਾਂ ਦੇ ਵਿੱਚ ਕੋਈ ਕਿਸੇ ਕਿਸਮ ਦੇ ਧਰਮ ਦੇ ਨਾਂ 'ਤੇ, ਜਾਤਾਂ ਦੇ ਨਾਂ 'ਤੇ ਉਸ ਕਿਸਮ ਦੇ ਜ਼ਿਆਦਾ ਵਖਰੇਵੇਂ ਨਹੀਂ। ਇਹ ਕੇਜਰੀਵਾਲ ਟਾਈਪ ਜਿਹੜੀ ਰਾਜਨੀਤੀ ਆ ਰਹੀ ਹੈ ਔਰ ਆਪਣੇ ਪੈਰ ਫੈਲਾਉਣਾ ਚਾਹੁੰਦੀ ਹੈ, ਇੱਥੇ ਆ ਕੇ ਕਹਿੰਦੇ ਆ ਸਿੱਖੀ ਤੇ ਪੱਗ ਬੰਨ੍ਹ ਲਊਗਾ। ਉਹ ਜਾ ਕੇ ਜਿੱਥੇ ਉੱਤਰਾਖੰਡ ਆ, ਉੱਥੇ ਕਹਿੰਦਾ ਕਿ ਮੈਂ ਉਹਨੂੰ ਹਿੰਦੂਆਂ ਦੀ, ਸਾਰੇ ਦੁਨੀਆ ਦੇ ਹਿੰਦੂਆਂ ਦੀ ਧਾਰਮਿਕ ਕੈਪੀਟਲ ਬਣਾ ਦੂੰਗਾ, ਧਾਰਮਿਕ ਰਾਜਧਾਨੀ ਬਣਾ ਦੂੰਗਾ। ਸਾਰੇ ਉੱਥੇ ਜਾ ਕੇ ਪਿਲਗ੍ਰਿਮੇਜ ਕਰਿਆ ਕਰਨਗੇ, ਜਾ ਕੇ ਤੀਰਥ ਸਥਾਨ ਉਹਦਾ ਬਣਾਊਂਗਾ। ਇਹ ਫਿਰ ਇਹਦਾ ਮਤਲਬ ਕੀ ਹੈਗਾ? ਤੁਸੀਂ ਇਹ ਗੋਆ 'ਚ ਵੀ ਜਾ ਕੇ ਇਹਨੇ ਇਹੀ ਕਿਹਾ, ਮੁਫਤ ਧਰਮਾਂ ਦੀਆਂ ਡੇਰਿਆਂ ਦੀਆਂ ਹੋਰਨਾਂ ਦੀਆਂ ਤੁਸੀਂ ਸੈਰਾਂ ਕਰਾਉਣ ਲਈ ਗੱਡੀਆਂ ਲਾ ਰਹੇ ਸਰਕਾਰੀ ਖਜ਼ਾਨੇ 'ਚੋਂ। ਉਹ ਅਯੁੱਧਿਆ ਦੇ ਵਿੱਚ ਜਾ ਕੇ ਉੱਥੇ ਗੱਡੀਆਂ ਤੋਰਤੀਆਂ, ਉੱਥੇ ਦਸੰਬਰ ਤੋਂ ਜਾ ਕੇ ਕਿ ਜਾਓ ਤੁਸੀਂ ਮੁਫਤ, ਹੋਟਲਾਂ ਦਾ ਵੀ ਤੁਹਾਡਾ ਕਰਾਂਗੇ, ਸਾਰਾ ਅਰੇਂਜਮੈਂਟ ਕਰਾਂਗੇ। ਇਹ ਨਾ ਤੇ ਧਰਮ ਦੇ ਵਿੱਚ ਇਜਾਜ਼ਤ ਹੈ, ਨਾ ਇਲੈਕਸ਼ਨ ਕਮਿਸ਼ਨ ਵੱਲੋਂ ਇਜਾਜ਼ਤ ਹੈ ਸਾਰੀਆਂ ਗੱਲਾਂ ਦੀ। ਪਰ ਸ਼ਰੇਆਮ BJP ਨਾਲ ਮਿਲ ਕੇ ਕੇਜਰੀਵਾਲ ਲਗਾਤਾਰ ਉਹਨਾਂ ਚੀਜ਼ਾਂ ਦੇ ਉੱਤੇ ਤੁਰ ਪਿਆ ਜੋ ਪਹਿਲਾਂ ਲੋਕਾਂ ਨੂੰ ਦਬੀਆਂ ਨਜ਼ਰ ਨਹੀਂ ਸੀ ਆ ਰਹੀਆਂ, ਹੁਣ ਤੇ ਓਪਨਲੀ ਤੁਰ ਰਿਹਾ। ਜਿਹੜਾ ਪੰਜਾਬ ਦੇ ਸੱਭਿਆਚਾਰ, ਪੰਜਾਬ ਦੇ ਸਮਾਜ, ਪੰਜਾਬ ਦੀ ਸੋਚ, ਪੰਜਾਬ ਦੇ ਫਲਸਫੇ, ਪੰਜਾਬ ਦੇ ਕਿਸੇ ਵੀ ਪੌਣ ਪਾਣੀ ਨੂੰ ਨਹੀਂ ਸੂਟ ਕਰਦਾ। ਮੈਂ ਇਹੀ ਕਹੂੰਗਾ ਕਿ ਇਹੀ ਅਰਦਾਸ ਕਰੋ ਸਾਰੇ ਮਿਲ ਕੇ, ਹੋਰ 10 ਦਿਨਾਂ ਨੂੰ ਵੋਟਾਂ ਪੈ ਜਾਣੀਆਂ, ਕਿ ਕੋਈ ਚੰਗੇ ਲੋਕ ਆਉਣ। ਹੁਣ ਤੁਸੀਂ ਇਹ ਸਵਾਲ ਕਰ ਸਕਦੇ ਆ ਵੀ ਚੰਗੇ ਲੋਕ ਕੌਣ ਆ?
ਜੇ ਮੈਨੂੰ ਪੁੱਛੋਗੇ ਤਾਂ ਮੈਂ ਤਾਂ ਕਹਿੰਦਾ ਕਿ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਜਿਹੜੇ ਉਹਨਾਂ ਦੇ ਵਾਰਸ ਖੜੇ ਆ, ਸਭ ਤੋਂ ਵੱਧ ਤੁਹਾਡੀ ਵੋਟ ਦੇ ਹੱਕਦਾਰ ਉਹ ਆ। ਉਹੀ ਸਭ ਤੋਂ ਕਮਜ਼ੋਰ ਕੜੀ ਹੈ ਇਸ ਵੇਲੇ। ਕਾਰਨ ਕੀ ਹੈ ਕਿ ਉਹ ਰਾਜਨੀਤਿਕ ਹੈ ਹੀ ਨਹੀਂ। ਇਹਨਾਂ ਬਘਿਆੜਾਂ ਦਾ ਮੁਕਾਬਲਾ ਇਹ ਤੇ ਕਹਿੰਦੇ ਵੀ ਇੱਕ ਪਾਸੇ ਬੱਬਰ ਸ਼ੇਰ ਹੋਵੇ, ਦੂਜੇ ਪਾਸੇ ਗਲਹਿਰੀ ਹੋਵੇ, ਇੰਨਾ ਜ਼ਿਆਦਾ ਫਰਕ ਹੈ। ਤੇ ਗਲਹਿਰੀ ਵੱਲ ਬੱਬਰ ਸ਼ੇਰ ਦੀ ਇੰਨੀ ਤਾਕਤ ਹੈ, ਭਾਵੇਂ ਵੇਖੇ ਵੀ ਨਾ। ਅਸੀਂ ਉਹ ਕਹਿੰਦੇ ਹਾਂ ਕਿ ਉਹ ਗਲਹਿਰੀਆਂ ਨੂੰ ਤੁਸੀਂ ਸ਼ੇਰਾਂ ਵਾਂਗੂ ਬਣਾਓ, ਸ਼ਕਤੀ ਦਿਓ, ਤਾਂ ਕਿ ਉਹ ਮਿਲ ਕੇ ਤੁਹਾਨੂੰ ਇੱਥੇ ਪੰਜਾਬ ਨੂੰ ਸੁਨਹਿਰਾ ਪੰਜਾਬ, ਸੋਹਣਾ ਪੰਜਾਬ, ਜਿਹੜਾ ਸੰਯੁਕਤ ਸਮਾਜ ਮੋਰਚਾ ਕਿਸਾਨਾਂ ਨੇ ਬਣਾਇਆ, ਉਸ ਨੂੰ ਚਿਤਵਣ ਹੀ ਨਹੀਂ, ਸਗੋਂ ਉਸ ਨੂੰ ਇੱਕ ਸੁਪਨੇ ਨੂੰ ਸਾਕਾਰ ਕਰਕੇ ਦੱਸਣ ਕਿ ਅਸੀਂ ਜਿਵੇਂ ਜਿੱਤਾਂ ਉੱਥੇ ਕਰਕੇ ਆਏ ਹਾਂ, ਮੋਦੀ ਨੂੰ ਧੌਂਸ ਨੂੰ ਹਟਾ ਕੇ ਆਏ ਹਾਂ, ਅਸੀਂ ਅੰਦਰੂਨੀ ਕੋਈ ਵੀ ਮਾਫੀਆ ਹੋਵੇ, ਕੋਈ ਵੀ ਜਿਹੜੇ ਵੱਡੇ ਵੱਡੇ ਘਾਗ ਪੋਲੀਟੀਸ਼ੀਅਨ ਆ, ਉਹਨਾਂ ਨੂੰ ਅਸੀਂ ਧੂਲ ਚਟਾ ਕੇ ਪੰਜਾਬ ਨੂੰ ਦੁਬਾਰਾ ਪੈਰਾਂ ਪਰ ਨੇ ਖੜਾ ਕਰਤਾ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਮੈਨੂੰ ਉਮੀਦ ਹੈ ਜੀ ਪ੍ਰੋਫੈਸਰ ਮਨਜੀਤ ਸਿੰਘ ਨੇ ਜੋ ਵੀ ਕਿਹਾ ਉਹ ਆਪਣੇ ਵੋਟਰ ਬਹੁਤ ਹੀ ਚੰਗੀ ਤਰੀਕੇ ਨਾਲ, ਆਪਣੇ ਦਿਲ ਨਾਲ ਸੋਚ ਸਮਝ ਕੇ ਵੋਟ ਪਾਉਣਗੇ, ਤੇ ਉਮੀਦ ਕਰਦੀ ਹਾਂ ਕਿ ਬਹੁਤ ਹੀ ਚੰਗੀ ਸਰਕਾਰ ਪੰਜਾਬ ਦੇ ਵਿੱਚ ਆਏਗੀ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਲਈ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸਰ।